ਮੇਰ ਕਰੋ ਤ੍ਰਣ ਤੇ ਮੋਹਿ ਜਾਹੇ। ਗਰੀਬ ਨਿਵਾਜ ਨਾ ਦੂਸਰ ਤੋ ਸੋ। ਊਲ ਸਿਮੋ ਹਮਰੀ ਪ੍ਰਭ ਆਪ, ਨਾ ਭੂਲਣ ਹਾਰ ਕਹੂੰ ਕੋ ਮੋਸੋ। सेव करी तुमरी तैन की, सब ही गृह देखियात दरब परोसो। या कल मैं सब काल किरपान की, पारी पूजान को पारी परोसो। कहाँ बुद्ध प्रभ तुष हमारी, वर्ण सकै महिमा जो तिहारी। हम ना सकत कर सिफत तुम्हारी, आप लिहो तुम कथा सुधारी। मूक उचरै शास्त्र खट, पैंग गिरन चढ़ जाए। अंध लखै बदरो सुनै, जो काल कृपा कराए। अंध लखै बदरो सुनै, जो काल कृपा कराए। परम सन्मानयोग गुरु खालसा सत संगत जीओ। अकाल पुरख वाहिगुरु अंतरजामी ने साडे ते महान परोपकार कीता है। आप नारायण कला तार जग में परवरियो, निरंकार आकार जोत जग मंडल करियो। उस निरंकार ने पावन गुरु अवतार धारण करके जो साडे ते महान परोपकार कीते, गिणे नहीं जा सकते। आपां उन्हां दी जे विचार करते हाँ तां भी उन्हां दा अंदाज़ा नहीं लाया जा सकता।
ਆਪਾਂ ਉਸ ਗੁਣਾਂ ਦੀ ਵਿਚਾਰ ਕਰਨ ਤੋਂ ਪਹਿਲਾਂ ਜੋ ਸਤਿਗੁਰੂ ਨੇ ਸਾਨੂੰ ਫਤਿਹ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਸਾਂਝੀ ਕਰ ਲਈਏ। ਸਾਰੀ ਸੰਗਤ, ਸਾਰੇ ਸਿੰਘ ਪਿਆਰ ਸਤਿਕਾਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਗੋਬਿੰਦ ਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਜੋਤੀ ਜੋਤ ਪੁਰਬ ਨੂੰ ਸਮਰਪਿਤ ਤੁਰਕੀ ਬਾਣੀ ਦੇ ਸ਼੍ਰੀ ਅਖੰਡ ਪਾਠਾਂ ਦੀ ਲੜੀ ਵੀ ਪ੍ਰਾਰੰਭ ਹੋ ਚੁੱਕੀ ਹੈ ਅਤੇ ਉਸ ਦੇ ਨਾਲ ਨਾਲ ਜੋ ਹਜੂਰ ਨੇ ਨਿਰਗੁਣ ਤੇ ਸਰਗੁਣ ਥੀਆ ਸਰਗੁਣ ਸਰੂਪ ਗੁਰੂ ਨਾਨਕ ਸਰੂਪ ਧਾਰਨ ਕਰਕੇ ਸਾਡੇ ਤੇ ਮਹਾਨ ਪਰਉਪਕਾਰ ਕੀਤੇ, ਜਿਸ ਨੂੰ ਆਪਾਂ ਗੁਰ ਇਤਿਹਾਸ ਆਖਦੇ ਹਾਂ। ਉਹਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਸਭ ਤੋਂ ਪਹਿਲਾਂ ਇਹ ਇਤਿਹਾਸ ਗੁਰੂ ਘਰ ਦੇ ਮਹਾਨ ਗੁਰਸਿੱਖ ਬ੍ਰਹਮ ਗਿਆਨੀ ਤਤ ਬੇਤੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਪਹਿਲਾ ਰਾਮ ਭਾਈ ਰਾਮ ਕੋਇਰ ਜੀ ਸੀ, ਉਹਨਾਂ ਨੇ ਸਿੰਘਾਂ ਨੂੰ ਸਰਵਣ ਕਰਵਾਇਆ ਸੀ। ਉਸੇ ਇਤਿਹਾਸ ਨੂੰ ਸਿੱਖ ਪੰਥ ਦੇ ਮਹਾਨ ਵਿਦਵਾਨ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕਾਵ ਰਚਨਾ ਦੇ ਵਿੱਚ ਕਲਮ ਬੰਦ ਕਰਕੇ ਜੋ ਸਿੱਖ ਪੰਥ ਨੂੰ ਇੱਕ ਬੜਾ ਸੁੰਦਰ ਤੋਹਫਾ ਭੇਟ ਕੀਤਾ ਹੈ। ਇਹ ਵੀ ਇੱਕ ਗੁਰੂ ਦੀ ਵਡਮੁੱਲੀ ਦਾਤ ਹੈ। ਠੀਕ ਹੈ, ਭਾਵੇਂ ਬਹੁਤ ਸਾਰੇ ਲੋਕਾਂ ਨੇ ਇਤਿਹਾਸ ਲਿਖੇ ਨੇ, ਬੁੱਧੀਜੀਵੀ ਵਰਗ ਦੇ ਲੋਕ ਵੀ ਲਿਖ ਰਹੇ ਨੇ, ਪਰ ਜਿਸ ਭਾਵਨਾ ਤੇ ਜਿਸ ਪਿਆਰ ਦੇ ਨਾਲ ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਲਿਖਿਆ ਹੈ, ਉਹ ਆਪਣੀ ਮਿਸਾਲ ਆਪ ਹੀ ਹੈ। ਜੋ ਕਵਿਤਾ ਦੇ ਰਸ ਹੁੰਦੇ ਨੇ, ਜੋ ਕਵਿਤਾ ਦੇ ਸ਼ਿੰਗਾਰ ਹੁੰਦੇ ਨੇ, ਜੋ ਕਵਿਤਾ ਦੇ ਅਲੰਕਾਰ ਹੁੰਦੇ ਨੇ, ਉਹ ਕਰੀਬ ਕਰੀਬ ਭਾਈ ਸਾਹਿਬ ਨੇ ਸਾਰੇ ਵਰਤੇ ਨੇ। ਇਸ ਲਈ ਜਿੱਥੇ ਆਪਾਂ ਗੁਰੂ ਮਹਾਰਾਜ ਦਾ ਪੁਰਬ ਮਨਾ ਰਹੇ ਹਾਂ, ਉੱਥੇ ਨਾਲ ਦੀ ਨਾਲ ਗੁਰੂ ਦਾ ਇਤਿਹਾਸ ਲੜੀਵਾਰ ਆਰੰਭ ਕਰਕੇ ਜੋ ਇੱਕ ਬਹੁਤ ਜ਼ਰੂਰੀ ਵੀ ਹੈ, ਆਪਾਂ ਸਰਵਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਤਿਗੁਰੂ ਨੇ ਤੁਰਕੀ ਬਾਣੀ ਦੇ ਵਿੱਚ ਇੱਕ ਬੜਾ ਸੁੰਦਰ ਬਚਨ ਲਿਖਿਆ ਹੈ। ਇਤਿਹਾਸ ਸੁਣਨਾ ਕਿਉਂ ਜ਼ਰੂਰੀ ਹੈ?
ਹਜ਼ੂਰ ਆਖਦੇ ਨੇ, ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਬਾ ਬਾਣੀਆਂ ਕਹਾਣੀਆਂ ਤੋਂ ਭਾਵ ਹੈ ਜੋ ਸਾਡੇ ਪੂਰਵਜ ਵੱਡੇ ਸਤਿਗੁਰੂ ਸਾਹਿਬਾਨ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਉਹਨਾਂ ਤੋਂ ਇਲਾਵਾ ਗੁਰਸਿੱਖ ਮਹਾਂਪੁਰਖ, ਜਦੋਂ ਅਸੀਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਤਾਂ ਸਾਨੂੰ ਜੀਵਨ ਦੀ ਸੇਧ ਪ੍ਰਾਪਤ ਹੁੰਦੀ ਹੈ। ਪੁੱਤ ਸਪੁੱਤ ਕਰੇਨ, ਜਿਹੜੀਆਂ ਬਾਣੀਆਂ ਕਹਾਣੀਆਂ ਸਾਖੀਆਂ ਤਵਾਰੀਖਾਂ ਇਤਿਹਾਸ ਨੇ, ਉਹ ਪੁੱਤਰਾਂ ਨੂੰ ਸ੍ਰੇਸ਼ਟ ਪੁੱਤਰ ਬਣਾ ਦਿੰਦੀ ਹੈ। ਪੁੱਤ ਸਪੁੱਤ ਕਰੇਨ ਦਾ ਭਾਵ ਹੈ ਉਹ ਪੁੱਤਰਾਂ ਨੂੰ ਸ੍ਰੇਸ਼ਟ ਪੁੱਤਰ ਬਣਾਉਣ ਵਾਸਤੇ ਸਹਾਈ ਹਨ। ਮਹਾਂਪੁਰਖ ਅਕਸਰ ਇਹ ਵੀ ਵਿਚਾਰ ਕਰਦੇ ਸਨ, 3 ਪ੍ਰਕਾਰ ਦੇ ਪੁੱਤਰ ਹੁੰਦੇ ਨੇ। ਇੱਕ ਕੇਵਲ ਪੁੱਤਰ ਹੁੰਦੇ ਨੇ, ਉਹਨਾਂ ਦੇ ਬਾਰੇ ਸਿਆਣੇ ਪੁਰਸ਼ਾਂ ਨੇ ਵਿਚਾਰ ਬਿਆਨ ਕੀਤੀ ਹੈ। ਪੁੱਤਰ ਉਹ ਹੈ ਜੋ ਆਪਣੇ ਪਿਤਾ ਦੇ ਪਾਏ ਪੂਰਨਿਆਂ 'ਤੇ ਚੱਲਦਾ ਹੈ, ਜੋ ਵੱਡੇ ਵਡੇਰਿਆਂ ਦੀ ਆਨ ਸ਼ਾਨ ਕਾਇਮ ਰੱਖਦਾ ਹੈ ਅਤੇ ਨਾਲ ਹੀ ਕੋਈ ਐਸਾ ਮਾੜਾ ਕੰਮ ਨਹੀਂ ਕਰਦਾ ਜਿਸ ਦੇ ਨਾਲ ਕੁਲ ਨੂੰ ਦਾਗ ਲੱਗ ਜਾਵੇ ਜਾਂ ਬਜ਼ੁਰਗਾਂ ਦੇ ਨਾਂ ਨੂੰ ਕਲੰਕ ਲੱਗ ਜਾਵੇ, ਉਸ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਉਹ ਹੈ ਪੁੱਤਰ। ਸਤਿਗੁਰੂ ਨੇ ਆਖਿਆ ਪੁੱਤ ਸਪੁੱਤ ਕਰੇਨ, ਤੇ ਸੁਪੁੱਤਰ ਫਿਰ ਕਿਹੜਾ ਹੋਇਆ? ਸੁਪੁੱਤਰ ਉਹ ਹੁੰਦਾ ਹੈ ਜਿਹੜਾ ਆਪਣੇ ਪਿਤਾ ਪਿਤਾਮਾ ਦੇ ਨਕਸ਼ੀ ਕਦਮਾਂ 'ਤੇ ਵੀ ਚੱਲਦਾ ਹੈ, ਫਿਰ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਸੇਵਾ ਸਿਮਰਨ ਪਰਉਪਕਾਰ ਕੁਰਬਾਨੀ ਦੀ ਸਿਖਰ ਤੱਕ ਪਹੁੰਚ ਜਾਂਦਾ ਹੈ। ਕਿਉਂ? ਸਿੱਖੀ ਦੇ ਇਹ 4 ਬੁਨਿਆਦੀ ਸਿਧਾਂਤ ਨੇ। ਸੇਵਾ ਸਭ ਤੋਂ ਪ੍ਰਥਮ ਹੈ, ਵਿੱਚ ਦੁਨੀਆ ਸੇਵ ਕਮਾਈਐ, ਤੋ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁਡਾਈਏ। ਜੀ ਆਪਾਂ ਸੇਵਾ ਦੀ ਵਿਚਾਰ ਕਰਨ ਲੱਗੀਏ ਬੜਾ ਸਮਾਂ ਬਤੀਤ ਹੋ ਸਕਦਾ ਹੈ। ਸੇਵਾ ਤਨ ਮਨ ਧਨ ਦੇ ਨਾਲ ਵੀ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਸਭ ਤੋਂ ਪਹਿਲਾਂ ਸੇਵਾ ਕਰਨੀ ਚਾਹੀਦੀ ਹੈ। ਸੇਵਾ ਦੇ ਨਾਲ ਕੀ ਪ੍ਰਾਪਤ ਹੁੰਦਾ ਹੈ? ਜੇ ਸਕਾਮ ਸੇਵਾ ਕਰਦੇ ਹਾਂ, ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ। ਜੇ ਸਤਿਗੁਰੂ ਮਿਹਰ ਕਰ ਦੇਣ, ਨਿਸ਼ਕਾਮ ਸੇਵਾ ਕਰਨ ਦੀ ਜਾਚ ਆ ਜਾਵੇ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹ ਸੇਵਾ ਦਾ ਫਲ ਹੈ। ਦੂਸਰੇ ਨੰਬਰ 'ਤੇ ਸਿਮਰਨ ਦੀ ਗੱਲ ਹੈ। ਜਿੱਥੋਂ ਤੱਕ ਸਿਮਰਨ ਦੀ ਗੱਲ ਹੈ, ਹਜ਼ੂਰ ਨੇ ਸੁਖਮਨੀ ਸਾਹਿਬ ਬਾਣੀ ਵਿੱਚ ਹੋਰ ਥਾਵਾਂ 'ਤੇ ਤੁਰਕੀ ਬਾਣੀ ਵਿੱਚ ਸਿਮਰਨ ਦੀ ਬੜੀ ਮਹਿਮਾ ਲਿਖੀ ਹੈ। ਹਾਲਤ ਸੁਖ ਪਾਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਜੇ ਆਪਾਂ ਸਿੱਖੀ ਦਾ ਇੱਕ ਗੁਣ ਵੀ ਧਾਰਨ ਕਰ ਲਈਏ ਨਾ, ਸਾਡੇ ਜੀਵਨ ਦਾ ਭਲਾ ਹੋ ਜਾਂਦਾ ਹੈ। ਲੋਕ ਤੇ ਪ੍ਰਲੋਕ ਸਵਰ ਜਾਂਦਾ ਹੈ। ਤੇ ਜੇ ਸਿੱਖੀ ਦੇ ਸਾਰੇ ਗੁਣ ਹੀ ਸਤਿਗੁਰੂ ਬਖਸ਼ਿਸ਼ ਕਰ ਦੇਣ, ਫਿਰ ਤੇ ਕਹਿਣਾ ਹੀ ਕੀ ਹੈ।
ਜਿਸ ਗੁਰਮੁਖ ਪਿਆਰੇ ਨੇ ਸੇਵਾ ਕੀਤੀ ਉਹਨੂੰ ਵੀ ਗੁਰੂ ਘਰ ਵੱਲੋਂ ਮਾਣ ਪ੍ਰਾਪਤ ਹੋਇਆ। ਜਿਨ ਸੇਵਿਆ ਤਿਨ ਪਾਇਆ ਮਾਣ। ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਇਹ ਸੇਵਾ ਦਾ ਫਲ ਹੈ। ਵਿਧੀ ਚੰਦ ਸੀਨਾ ਗੁਰੂ ਕਾ ਸੀਨਾ, रंगरेटे गुरु के बेटे। विच दुनिया सेव कमाईए तो दरगाह बैसन पाईए। भाई बहलो सब तो पहलो, ये सेवा का फल है। तो जे नाल सेवा दे सिमरन भी प्राप्त हो जाए फिर सोने ते सुहागे वाली गल है। हुण जेड़े गुरमुख प्यारे सिमरन करते हैं तो उन्होंने लोक ते परलोक दे सुख गुरु की कृपा द्वारा प्राप्त हो जाते हैं। सिमरो सिमर सिमर सुख पावो, काल कलेस तन माहे मिटाओ। ये सिमरन का फल है। कौन को कलंक रहो राम नाम लेत ही, पातत पवित पए राम कहत ही। हर को नाम सदा सुखदाई, जाको सिमर अजामल उधरियो, गन का हूँ गत पाई। ये सिमरन का महात्म है। अजा मल पापी जग जाने, निमक माहे निस्तारा। नानक कहत चेत चिंता मन, तैं पी उतरह पारा। जिहड़ा सिक्खी दे सारे गुण धारण कर लवे वो सपुत्र है। पुत सपुत करेन, गल सपुत्र की चल रही है। तीसरे नंबर ते विद्वाना ने सिक्खी का तीसरा गुण त्याग मन्निया। त्याग किहो जिहा? त्यागना त्यागण नीका, काम क्रोध लोभ त्यागना। आदमी माया त्याग सकता है, परिवार त्याग सकता है, संसार त्याग सकता है, पर इन्हां विकारां नूं छड्डना बहुत औखा है। हजूर कहंदे ने गृह तज वनखंड जाइए, चुण खाइए कंदा, अजों बेकार ना छोड़ई, पापी मन मंदा। इसे लिए हजूर कहते ने त्यागना त्यागण नीका, काम क्रोध लोभ त्यागना। भगत कबीर जी ने भी बाहरले त्याग की कोई महानता नहीं दसी। वो कहते ने जे छड्डना ते मान छड्डो, माया नूं छड्ड के ते कुछ नहीं प्राप्त हुंदा। कबीर माया तजी तू क्या पया, जो मान तजिया नहीं जाए। मान मुनि मुनवर गले, मान सभा को खाए। महापुरख आखदे सन जे सपुत्र बनना है ना, फिर मान मोह दोनों को परहर, गोबिंद के गुण गावे। ये त्याग करो। मान ते मोह जिहड़े दो लफ्ज ने ना गुरु महाराज ने वरते, जदों आपां गुरबाणी की गहराई दे विच विचार करते हैं, ये एक समुंदर है। जिन्ना कोई डूंगा चुब्बा मारदा, उन्ना ही उन्होंने कीमती हीरे रतन सतगुरु बख्शिश कर देंदे ने। भगत कबीर जी ने कल्ले मान की गल आखी है, ये भी नोट करनी। मान मुनि मुनवर गले, मान सबै को खाए। पर सतगुरु कहते ने मान मोह दोनों को परहर। मान दे नाल मोह भी छड्डना है। अक्सर असी दुनिया दे विच देखते हाँ, जेड़े संसारी लोक ने वो माया दे मोह दे विच फसे हुए ने। माया ऐसी मोहनी भाई, जेते जी तेते डहकाई। इथों तक सरपणी ते ऊपर नहीं बलिया, जिन ब्रह्मा विशन महादेव छलिया। मोह छड़ना बड़ा औखा है, माया दा मोह।
पर सतगुरु कहते ने गुरसिखा जे तू सपुत्र बनना ते तू परिवार विच रहना संसार विच रहना ते फिर माया दा मोह छड्ड। माया ममता मोहनी जिन विन दंता जग खाया मनमो खाधे गुरमुख उभरे जिनी सच नाम चित लाया। ये बचन का तरीका भी है। माया सपनी है ना, जे ये डंग तो बचना है तो फिर गारड़ू मंत्र चाहिए जिन सच नाम चित लाया। वाहिगुरु गुरु मंत्र गारड़ू मंत्र सतगुरु ने सानू बख्शिश किया है। जदों आपां वाहिगुरु दा सिमरन करते हाँ तो जिहड़ी माया दी जहर है ये अपने आप ही उतर जाती है। इसलिए हजूर कहते ने गुरसिखा जे तू गृहस्थी है संसारी है कबीलदार है परिवार वाला है, सतगुरु ने आख्या माया नहीं छड्डनी मोह छड्डना। क्योंकि माया तो साडी एक जीवन की लोड़ है जरूरत है। गुरु महाराज ने तुरकी बाणी विच किते भी माया के त्याग की गल नहीं सानू आखी। वो कहते मान मोह दोनों को पर है। जे तू गृहस्थी है तू मोह छड्ड, जे तू बराकत है तो फिर मान छड्ड। गृहस्थियां नू माया दा मोह अगे तुरन नहीं दिंदा ते जिहड़े बरकत ने त्यागी ने अवधूत ने सन्यासी ने उन्हां नू मान नहीं अगे जाण दिंदा। ये दो रुकावटां ने। इसे लिए हजूर कहते ने गुरसिखा जे तू सपुत्र बनना है फिर ये त्याग मान ते मोह छड्ड। सब तो वड्डी गल गुरु महाराज ने त्यागी की अवस्था ये बाणी विच लिखी है। सब कुछ त्याग के भी हंकार नहीं करना। बिन हों त्याग कहाँ को त्यागी। जिन्ना चिर मनुख हंकार नहीं छड्डदा मैं नहीं छड्डदा वो काहदा त्यागी है। बाहरले त्याग नूं गुरु महाराज ने कोई अहमियत नहीं दिती। कलगीधर पातशाह भी कहते ने ऐ मेरे ਸਿੰਘੋ जे सन्यास लैना तो छड्डना कुछ भी नहीं। किवें सन्यासी बनना है रे मन ऐसो कर सन्यासा। बन से सदन सभै कर समझो मन ही माहे उदासा। ये सिੱਖੀ ਦੇ सिद्धांत ने। त्याग किहो जा करना है। दास नूं एक छोटी जी घटना याद आ गई। सचखंड वासी पंथ रतन श्रीमान संत ज्ञानी गुरबचन सिंह जी खालसा पिंडरां वाले महापुरख, जिन्हां दा बड़े सत्कार दे नाल आपां सारे नाम लैने हैं। उन्हां विच सारे सिੱਖੀ दे गुण सी। जे कह लईए ना वो पूर्ण खालसा सन, पूर्ण गुरसिख सन, वो एक पूर्ण संत सन, जां वो ब्रह्म ज्ञानी सन। सारियां गल्लां उन्हां ते ढुक ही जांदियां क्योंकि सिੱਖੀ दे सारे गुण जिहदे विच आ जाण ते फिर वो सपुत्र हुंदा है। पुत सपुत करें। असली कलगीधर पातशाह दे पुत्र जे उन्हां नूं आख लईए ये कोई अतकथनी नहीं। महापुरख संत बाबा ठाकुर सिंह जी थोड़ी इस स्थान ते आए ते इस धरती नूं भाग लगे ते हुण आपां सारे इत्थे बैठ के कीर्तन कथा सेवा सिमरन दे लाहे प्राप्त कर रहे हैं। महापुरख परोपकार वास्ते आउंदे ने। जे कोई किसी नूं बचन भी कर देंदे ने, कई वारी अनजान लोग कहते ने लो जी ये भी बाबा जी यूं बचन करते हैं, पर उहदे विच किसी दा भला हुंदा है। महापुरखां दा काम ही हुंदा परोपकार करना। ब्रह्म ज्ञानी परोपकार उमाह। बाबा जी
ਜਿਨ੍ਹਾਂ ਨੇ ਬੜਾ ਲੰਬਾ ਸਮਾਂ ਮਹਾਂਪੁਰਖਾਂ ਦੀ ਸੇਵਾ ਕੀਤੀ। ਸੇਵਾ ਵੀ ਉਹ ਜਿਹੜੀ ਕਿ ਆਮ ਸਾਧਾਰਨ ਸਿੱਖ ਕੋਈ ਕਰ ਵੀ ਨਹੀਂ ਸਕਦਾ, ਕਿਉਂਕਿ ਉਹ ਪੁੱਤ ਸੁਪੁੱਤ ਕਰੇ ਨੂੰ, ਸੁਪੁੱਤਰ ਬਣਨ ਵਾਸਤੇ ਸਭ ਕੁਝ ਕਰਨਾ ਪੈਂਦਾ। ਮਹਾਂਪੁਰਖਾਂ ਦੀ ਇੰਨੀ ਨਿਮਰਤਾ ਦੇ ਨਾਲ, ਪ੍ਰੇਮ ਦੇ ਨਾਲ ਸੇਵਾ ਕੀਤੀ ਤੇ ਫਿਰ ਉਹ ਖੇਡ ਵਰਤੀ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਟਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਇਹ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਗਈ। ਬਾਬਾ ਜੀ ਕਦੇ ਕਦੇ ਬੜੇ ਪ੍ਰੇਮ ਦੇ ਵਿੱਚ ਆ ਕੇ, ਦਾਸ ਨੂੰ ਯਾਦ ਹੈ ਇੱਕ ਵਾਰੀ ਦਾਸ ਦੀ ਸਿੰਘਣੀ, ਉਸਨੇ ਆਖਿਆ ਵੀ ਬਾਬਾ ਜੀ ਨੂੰ ਘਰ ਬੁਲਾਈਏ, ਲੰਗਰ ਪਾਣੀ ਛਕਾਈਏ। ਉਹ ਆਖਰੀ ਮੌਕਾ ਹੀ ਸੀ। ਇੱਕ ਬਾਬਾ ਜੀ ਨੂੰ ਫੋਨ ਤੇ ਬੇਨਤੀ ਕੀਤੀ। ਬਾਬਾ ਜੀ ਕਹਿਣ ਲੱਗੇ ਵੀ ਦੁਪਹਿਰ ਦਾ ਪ੍ਰਸ਼ਾਦਾ ਤੁਹਾਡੇ ਪਾਸ ਆ ਕੇ ਛਕਾਂਗੇ। ਚਲੋ ਬਾਬਾ ਜੀ ਆਏ। ਚਲੋ ਹੋਰ ਮੈਂ ਗੱਲ ਲੰਬੀ ਨਾ ਕਰਾਂ, ਕਿਉਂਕਿ ਗੱਲ ਪੁੱਤ ਕਰੇਨ ਦੀ ਚੱਲ ਰਹੀ ਹੈ। ਉਹ ਘਰੇ ਮਹਾਂਪੁਰਖਾਂ ਦੀ, ਵੱਡੇ ਮਹਾਂਪੁਰਖਾਂ ਦੀ ਫੋਟੋ ਪਈ ਸੀ। ਬਾਬਾ ਜੀ ਉਹਦੇ ਕੋਲ ਜਾ ਕੇ ਖੜ ਗਏ, ਕਾਫੀ ਦੇਰ ਵੇਖਦੇ ਰਹੇ। ਫਿਰ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ, ਇਹ ਮਹਾਂਪੁਰਖ ਉਹ ਮਹਾਂਪੁਰਖ ਹੈ ਜਿਨ੍ਹਾਂ ਦੇ ਬਾਰੇ ਕਲਗੀਧਰ ਪਾਤਸ਼ਾਹ ਨੇ ਆਖਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਫਿਰ ਨਾਲ ਹੀ ਕਹਿਣ ਲੱਗੇ, ਆਪਾਂ ਇਹ ਗੱਲ ਕਹਿ ਨਹੀਂ ਸਕਦੇ ਲੋਕਾਂ ਦੇ ਸਾਹਮਣੇ, ਖਾਲਸਾ ਗੁਰੂ, ਗੁਰੂ ਖਾਲਸਾ, ਪਰ ਇਹ ਮਹਾਂਪੁਰਖ ਉਹੀ ਸੀ। ਇਹ ਸ਼ਰਧਾ ਭਾਵਨਾ ਦੀ ਗੱਲ ਹੁੰਦੀ ਹੈ, ਭਰੋਸੇ ਦੀ, ਪਿਆਰ ਦੀ ਗੱਲ ਹੁੰਦੀ ਹੈ। ਤੇ ਹੁਣ ਬਾਬਾ ਜੀ ਨੇ ਮਹਾਂਪੁਰਖਾਂ ਦੀ ਸੇਵਾ ਕੀਤੀ। ਉਹ ਸਿੱਖੀ ਦੇ ਗੁਣ ਸਾਰੇ ਉਹਨਾਂ ਨੇ ਪ੍ਰਾਪਤ ਕਰ ਲਏ, ਕਿਉਂਕਿ ਮਹਾਂਪੁਰਖ ਉਹ ਹੈ ਜਿਹੜਾ ਪਰਮੇਸ਼ਰ ਨਾਲ ਜੁੜਿਆ ਹੋਵੇ। ਹੁਣ ਜਿਵੇਂ ਆ ਚੁੰਬਕ ਹੁੰਦਾ ਨਾ, ਚੁੰਬਕ, ਉਹਦੇ ਵਿੱਚ ਇੱਕ ਕਸ਼ਿਸ਼ ਹੁੰਦੀ ਹੈ। ਜੇ ਉਹਦੇ ਕੋਲੇ ਲੋਹੇ ਦਾ ਕੋਈ ਪੀਸ ਰੱਖ ਦਿਓ, ਲੋਹੇ ਦਾ ਟੁਕੜਾ ਰੱਖ ਦਿਓ, ਉਹਨੂੰ ਆਪਣੀ ਵੱਲ ਖਿੱਚ ਲੈਂਦਾ। ਫਿਰ ਉਸ ਲੋਹੇ ਦੇ ਵਿੱਚ ਵੀ ਉਹ ਗੁਣ ਆ ਜਾਂਦਾ, ਉਹ ਛੋਟੇ ਛੋਟੇ ਲੋਹੇ ਦੇ ਕਣਾਂ ਨੂੰ ਆਪਣੇ ਵੱਲ ਖਿੱਚ ਲੈਂਦਾ। ਇਉਂ ਜਿਹੜਾ ਆਪ ਜੁੜਿਆ ਹੁੰਦਾ, ਫਿਰ ਦੂਜਿਆਂ ਨੂੰ ਵੀ ਜੋੜ ਦਿੰਦਾ। ਹੁਣ ਮਹਾਂਪੁਰਖਾਂ ਦਾ ਜੀਵਨ ਐਸਾ ਜੀਵਨ ਸੀ। ਮਹਾਂਪੁਰਖਾਂ ਦੇ ਜਥੇ ਦੇ ਸਿੰਘ ਸਨ। ਸਿੰਘ ਸਾਹਿਬ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਵਿੰਦਰ ਸਿੰਘ ਜੀ, ਜਿਨ੍ਹਾਂ ਨੇ ਟਕਸਾਲ ਤੋਂ ਵਿਦਿਆ ਪੜ੍ਹੀ ਅਤੇ ਨਾਲ ਹੀ ਉਸ ਪਾਵਨ ਪਵਿੱਤਰ ਤਖਤ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਬਤੌਰ ਜਥੇਦਾਰ ਦੇ ਲੰਬੀ ਸੇਵਾ ਵੀ ਨਿਭਾਈ। ਅੱਜ ਸਾਡੇ ਦਰਮਿਆਨ ਨੇ, ਕਥਾ ਦੁਆਰਾ ਸੰਗਤਾਂ ਨੂੰ ਕਰਤਾਰਥ ਕਰਦੇ ਨੇ। ਇਹਨਾਂ ਨੂੰ ਵੀ ਸ਼ਾਇਦ ਉਹਨਾਂ ਗੁਰਮੁਖਾਂ ਪਿਆਰਿਆਂ ਬਾਰੇ ਪਤਾ ਹੀ ਹੈ। ਜਥੇਦਾਰ ਬਾਬਾ ਭਾਗ ਸਿੰਘ ਜੀ, ਖੇੜੀ ਜੱਟਾਂ ਵਾਲੇ, ਸਿੰਘ ਸਾਹਿਬ ਜਾਣਦੇ ਹੋਣਗੇ। ਉਹਨਾਂ ਤੇ ਬੜੀ ਮਹਾਂਪੁਰਖਾਂ ਦੀ ਕਿਰਪਾ ਸੀ। ਜੀਵਨ ਵੀ ਬਹੁਤ ਉਹਨਾਂ ਨੇ, ਚਲੋ ਸੇਵਾ ਤਾਂ ਸਰੀਰ ਉਹਨਾਂ ਦਾ ਚਲੋ ਇੰਨਾ ਸੇਵਾ ਦੇ ਜਾਂ ਇਹ ਕਹਿ ਲਓ ਵੀ ਫਿੱਟ ਨਹੀਂ ਸੀ, ਪਰ ਬਾਣੀ ਬਹੁਤ ਪੜ੍ਹਦੇ, ਸਿਮਰਨ ਬਹੁਤ ਕਰਦੇ ਸੀ। ਉਹਨਾਂ ਨੇ ਆਪਣੀ ਹੱਡਬੀਤੀ ਇਹ ਘਟਨਾ ਸੁਣਾਈ। ਉਹ ਕਹਿਣ ਲੱਗੇ, ਕੋਈ ਮੇਰੇ ਪਾਸੋਂ ਕੋਈ ਗਲਤੀ ਹੋ ਗਈ, ਕੋਈ ਕਤਲ ਦਾ ਕੇਸ ਮੇਰੇ ਸਿਰ ਪੈ ਗਿਆ, ਝੂਠਾ ਜਾਂ ਸੱਚਾ, ਚਲੋ ਕੁਛ ਵੀ ਹੋ ਸਕਦਾ, ਤੇ ਮੈਂ ਆਪਣੇ ਬਚਾਅ ਲਈ ਸੱਚਖੰਡ ਹਜ਼ੂਰ ਸਾਹਿਬ ਨੰਦੇੜ ਚਲਿਆ ਗਿਆ। ਉੱਥੇ ਮਹਾਂਪੁਰਖ ਵੀ ਚਲੇ ਗਏ ਜਥੇ ਸਮੇਤ।
ਮੇਰੇ ਮਨ ਦੇ ਵਿੱਚ ਬੜਾ ਵੈਰਾਗ ਜਿਹਾ ਪੈਦਾ ਹੋਇਆ। ਰੋਜ਼ ਮਹਾਂਪੁਰਖਾਂ ਦੀ ਕਥਾ ਸੁਣਨੀ। ਇੱਕ ਦਿਨ ਮਨ ਦੇ ਵਿੱਚ ਖਿਆਲ ਆਇਆ ਵੀ ਇਹੋ ਜਿਹੇ ਮਹਾਂਪੁਰਖ ਫੇਰ ਨਹੀਂ ਲੱਭਣੇ, ਵੀ ਹੁਣ ਇਹਨਾਂ ਦੇ ਕੋਲ ਜਾ ਕੇ ਆਪਣੇ ਮਨ ਦੀ ਸਾਰੀ ਵਿਥਿਆ ਮੈਂ ਦੱਸ ਦੇਵਾਂ, ਹੋ ਸਕਦਾ ਹੈ ਮੇਰਾ ਭਲਾ ਹੋ ਜਾਵੇ। ਉਹ ਜਥੇਦਾਰ ਬਾਬਾ ਭਾਗ ਸਿੰਘ ਜੀ ਕਹਿਣ ਲੱਗੇ, ਦਾਸ ਨਾਲ ਵੀ ਬੜਾ ਉਹਨਾਂ ਦਾ ਪ੍ਰੇਮ ਸੀ। ਉਹ ਕਹਿਣ ਲੱਗੇ, ਮੈਂ ਮਹਾਂਪੁਰਖਾਂ ਦੇ ਆਸਣ 'ਤੇ ਪਹੁੰਚਿਆ ਤੇ ਮੇਰੇ ਮਨ ਵਿੱਚ ਇੰਨਾ ਵੈਰਾਗ ਪੈਦਾ ਹੋਇਆ ਤੇ ਮੈਂ ਜੋ ਕੁਝ ਮੇਰੇ ਕੋਲ ਸੀ ਨਾ ਮਾਇਆ, ਸੋਚਿਆ ਵੀ ਮੈਂ ਮਹਾਂਪੁਰਖਾਂ ਨੂੰ ਭੇਟ ਕਰ ਦੇਣੀ ਸਾਰੀ ਮਾਇਆ। ਹੈ ਕਿੰਨੀ ਸੀ? ਕੇਵਲ 20 ਰੁਪਏ। ਤੇ ਮੈਂ ਸੋਚਿਆ ਵੀ ਇਹ ਜਿਹੜੇ 20 ਰੁਪਏ ਨੇ ਇਹ ਵੀ ਮਨ ਨੂੰ ਟਿਕਣ ਨਹੀਂ ਦਿੰਦੇ। ਮਾਇਆ ਦਾ ਸੁਭਾਅ ਹੀ ਹੈ, ਚਾਹੇ ਜੇਬ ਵਿੱਚ ਪੈਸੇ ਹੋਣ ਨਾ, ਮਨ ਇੱਧਰ ਉੱਧਰ ਭੱਜਦਾ ਰਹਿੰਦਾ। ਉਹ ਕਹਿੰਦੇ ਮੇਰੇ ਕੋਲ 20 ਰੁਪਏ ਸੀ, ਮੈਂ ਕਿਹਾ ਵੀ ਇਹਨਾਂ ਤੋਂ ਕਰਾਉਣਾ ਕੀ ਹੈ, ਤੇ ਮੈਂ ਮਹਾਂਪੁਰਖਾਂ ਨੂੰ ਭੇਟਾ ਕਰ ਦਿੱਤੇ। ਤੇ ਹੱਥ ਜੋੜ ਕੇ ਮਹਾਂਪੁਰਖਾਂ ਦੇ ਕੋਲ ਖੜਿਆ, ਮਨ ਭਰਿਆ ਆ। ਤੇ ਮਹਾਂਪੁਰਖ ਕਹਿਣ ਲੱਗੇ, ਆਓ ਭਾਈ ਭਾਗ ਸਿੰਘ ਜੀ, ਕੀ ਗੱਲ ਹੈ, ਤੁਹਾਡੇ ਮਨ ਵਿੱਚ ਵੈਰਾਗ ਪੈਦਾ ਹੋ ਗਿਆ? ਕਹਿੰਦੇ, ਹਾਂ, ਮੇਰੇ ਮਨ ਵਿੱਚ ਤੁਹਾਡੀ ਕਥਾ ਸੁਣ ਕੇ ਵੈਰਾਗ ਪੈਦਾ ਹੋਇਆ। ਅੱਛਾ, ਹੁਣ ਤੁਸੀਂ ਫਿਰ ਮਾਇਆ ਦਾ ਤਿਆਗ ਕਰਨਾ ਚਾਹੁੰਦੇ ਹੋ? ਹਾਂ ਮਹਾਰਾਜ, ਮੈਂ ਮਾਇਆ ਦਾ ਤਿਆਗ ਕਰਨਾ ਚਾਹੁੰਦਾ। ਤੂੰ ਹੁਣ ਮਾਇਆ ਤਿਆਗ ਦਿੱਤੀ ਹੈ? ਹਾਂ ਜੀ, ਮੈਂ ਹੁਣ ਮਾਇਆ ਤਿਆਗ ਦਿੱਤੀ ਹੈ। ਕਿਵੇਂ ਤਿਆਗੀ ਹੈ? ਆ ਜੀ 20 ਰੁਪਏ ਮੇਰੇ ਕੋਲ ਸੀ, ਮੈਂ ਤੁਹਾਡੇ ਚਰਨਾਂ ਵਿੱਚ ਭੇਟ ਕਰ ਦਿੱਤੇ ਨੇ, ਮੈਂ ਮਾਇਆ ਤਿਆਗ ਦਿੱਤੀ। ਹੁਣ ਇਸ ਤੋਂ ਅੱਗੇ ਮੈਂ ਮਾਇਆ ਨੂੰ ਹੱਥ ਨਹੀਂ ਲਾਉਣਾ। ਮਹਾਂਪੁਰਖ ਉਹਨਾਂ ਦੀ ਜਿਹੜੀ ਭਵਿੱਖ ਦੀ ਸੇਵਾ ਸੀ, ਉਹਨੂੰ ਆਪਣੇ ਧਿਆਨ ਵਿੱਚ ਲਿਆ ਕੇ ਕਹਿਣ ਲੱਗੇ, ਭਾਈ ਭਾਗ ਸਿੰਘ ਜੀ ਬੈਠੋ, ਅਸੀਂ ਤੁਹਾਨੂੰ ਦੱਸੀਏ ਤਿਆਗ ਕਿਵੇਂ ਕਰੀਦਾ। ਹੁਣ ਦੂਜੇ ਜਿਹੜੇ ਆਮ ਸਾਧੂ ਨੇ ਉਹ ਤੇ ਕਹਿੰਦੇ ਵੀ ਪਰਿਵਾਰ ਛੱਡ ਦਿਓ, ਮਾਇਆ ਨੂੰ ਹੱਥ ਲਾਉਣਾ ਛੱਡ ਦਿਓ। ਹੱਥ ਲਾਉਣਾ ਤਾਂ ਛੱਡ ਦਿੰਦੇ ਨੇ, ਪਰ ਗੁਪਤ ਥੈਲੀਆਂ ਵੀ ਲਈ ਜਾਂਦੇ ਨੇ। ਉਹ ਕਾਹਦਾ ਤਿਆਗ ਹੋਇਆ? ਮਹਾਰਾਜ ਨੂੰ ਮੱਥਾ ਨਹੀਂ ਟੇਕਣਾ, ਨਾ ਟੇਕਣ ਦੇਣਾ, ਤੇ ਆਪਣੇ ਆਸਣ ਤੇ ਸਭ ਕੁਛ ਹੀ ਭੇਟਾ ਹੋ ਹੀ ਜਾਂਦਾ ਤੇ ਲਈ ਜਾਂਦੇ ਨੇ। ਕਹਿੰਦੇ ਅਸੀਂ ਤਿਆਗੀ ਹਾਂ, ਸਾਡੀ ਮਰਜ਼ਾਦਾ ਹੈ। ਉਹ ਉਹਨਾਂ ਨੂੰ ਮੁਬਾਰਕ ਹੋਵੇ। ਪਰ ਮਹਾਂਪੁਰਖ ਕਹਿਣ ਲੱਗੇ, ਅਸੀਂ ਤੁਹਾਨੂੰ ਦੱਸੀਏ ਤਿਆਗ ਕਿਵੇਂ ਕਰਨਾ, ਗੁਰਮਤ ਦਾ ਤਿਆਗ ਕਿਵੇਂ ਹੁੰਦਾ। ਇਹ ਗੱਲਾਂ ਮਹਾਂਪੁਰਖਾਂ ਦੇ ਜੀਵਨ ਤੋਂ ਹੀ ਸਾਨੂੰ ਮਿਲਦੀਆਂ ਨੇ ਨਾ। ਤੇ ਉਸ ਵੇਲੇ ਮਹਾਂਪੁਰਖ ਕਹਿਣ ਲੱਗੇ, ਭਾਈ ਭਾਗ ਸਿੰਘ ਜੀ, ਇਹ ਮਾਇਆ ਦਾ ਤਿਆਗ ਇਉਂ ਨਹੀਂ ਹੋਣਾ। ਹੁਣ ਤੁਹਾਡੇ ਸਰੀਰ ਨੂੰ, ਸਰੀਰ ਢਿੱਲਾ ਮੱਠਾ ਹੋ ਜਾਵੇ, ਡਾਕਟਰ ਕੋਲੋਂ ਦਵਾਈ ਲੈਣੀ ਹੈ, ਤੇ ਫਿਰ ਕਿਵੇਂ ਤੁਸੀਂ ਲਾਓਗੇ? ਤੁਸੀਂ ਗੁਰਦੁਆਰੇ ਸਾਹਿਬ ਯਾਤਰਾ ਕਰਨ ਵਾਸਤੇ ਜਾਣਾ, ਹੁਣ ਇੱਥੇ ਹਜ਼ੂਰ ਸਾਹਿਬ ਹੀ ਆਇਓ, ਦੇਗ ਦੀ ਸੇਵਾ ਕਰਾਉਣੀ ਹੈ, ਲੰਗਰ ਦੀ ਸੇਵਾ ਕਰਨੀ ਹੈ, ਕੋਈ ਵੀ ਸੇਵਾ ਕਰਨੀ ਹੈ, ਕਿਵੇਂ ਕਰੋਗੇ? ਜੇ ਮਾਇਆ ਹੀ ਤਿਆਗ ਦਿੱਤੀ, ਕੁਝ ਨਹੀਂ ਹੋਣਾ। ਮਾਇਆ ਦਾ ਤਿਆਗ ਕਿਵੇਂ ਕਰਨਾ ਹੈ, ਮਹਾਂਪੁਰਖ ਉਹਨਾਂ ਨੂੰ ਦੱਸ ਰਹੇ ਸਨ। ਤੁਹਾਨੂੰ ਗੁਰੂ ਮਹਾਰਾਜ ਨੇ ਕਿਸੇ ਅਸਥਾਨ ਦੀ ਸੇਵਾ ਬਖਸ਼ਿਸ਼ ਕਰਨੀ ਹੈ, ਤੁਹਾਡੇ ਕੋਲ ਮਾਇਆ ਵੀ ਬੇਅੰਤ ਆਉਣੀ ਹੈ, ਪਰ ਮਾਇਆ ਦਾ ਤਿਆਗ ਕਿਵੇਂ ਕਰਨਾ, ਮਹਾਂਪੁਰਖਾਂ ਨੇ ਸਾਰੀ ਗੱਲ ਪਹਿਲਾਂ ਹੀ ਉਹਨਾਂ ਨੂੰ ਦੱਸੀ। ਬਾਅਦ ਵਿੱਚ ਹੋਇਆ ਜੋ ਕੁਛ ਹੋਇਆ। ਕਹਿਣ ਲੱਗੇ, ਭਾਈ ਭਾਗ ਸਿੰਘ ਜੀ, ਤੁਹਾਡੇ ਕੋਲ ਮਾਇਆ ਆਵੇਗੀ, ਤੇ ਜਿੰਨੀ ਮਾਇਆ ਆਵੇ, ਬਈ ਤੁਸੀਂ ਸੰਗਤ ਦੀ ਮਾਇਆ ਨੂੰ ਸੰਗਤ 'ਤੇ ਹੀ ਖਰਚ ਕਰਨਾ। ਲੰਗਰ ਚਲਾਓ, ਸਿੰਘਾਂ ਦੀ ਵਸਤਰਾਂ ਦੀ ਲੋੜ ਹੈ, ਪੁਸਤਕਾਂ ਦੀ ਲੋੜ ਹੈ, ਉਹਦੇ ਲਈ ਤੁਸੀਂ ਉਹਨੂੰ ਖਰਚ ਕਰੋ। ਜੇ ਹੋਰ ਬਹੁਤੀ ਮਾਇਆ ਆਉਂਦੀ ਹੈ, ਗੁਰੂ ਮਹਾਰਾਜ ਦਾ ਕੋਈ ਗੁਰਪੁਰਬ ਆ ਜਾਂਦਾ ਹੈ,
ਉੱਥੇ ਪੱਕਾ ਭੰਡਾਰਾ ਸੰਗਤਾਂ ਨੂੰ ਛਕਾਓ, ਦੇਸੀ ਘਿਓ। ਮਹਾਂਪੁਰਖ ਕਹਿੰਦੇ ਸੀ ਵੀ ਦੇਸੀ ਘਿਓ ਦਾ ਲੰਗਰ ਬਣਾਉਣਾ। ਜੇ ਮਠਿਆਈ ਵੀ ਬਣਾਉਣੀ ਦੇਸੀ ਘਿਓ ਦੀ ਬਣਾਓ ਅਤੇ ਸੰਗਤਾਂ ਨੂੰ ਛਕਾਓ। ਇਹ ਮਾਇਆ ਦੇ ਤਿਆਗ ਦੀ ਗੱਲ ਮਹਾਂਪੁਰਖਾਂ ਨੇ ਦੱਸੀ। ਜੇ ਹੋਰ ਬਹੁਤੀ ਮਾਇਆ ਆਉਂਦੀ ਹੈ ਅਤੇ ਫਿਰ ਤੁਸੀਂ ਗੁਰਦੁਆਰੇ ਸਾਹਿਬ ਦੀ ਇਮਾਰਤ ਦੀ ਸੇਵਾ ਚਲਾਓ। ਹੋਰ ਮਾਇਆ ਆਉਂਦੀ ਹੈ ਅਤੇ ਤੁਸੀਂ ਸਿੰਘਾਂ ਦੇ ਰਿਹਾਇਸ਼ ਦੇ ਲਈ ਕਮਰੇ ਬਣਾਓ, ਸੰਗਤਾਂ ਲਈ ਸਹੂਲਤਾਂ ਬਣਾਓ। ਮਾਇਆ ਨੂੰ ਚੰਗੇ ਪਾਸੇ ਲਾਉਣਾ ਇਹੀ ਮਾਇਆ ਦਾ ਤਿਆਗ ਹੈ। ਅਤੇ ਉਂਝ ਮਾਇਆ ਨਹੀਂ ਤਿਆਗੀ ਜਾ ਸਕਦੀ। ਕੇਵਲ ਇਹ ਨੋਟਾਂ ਦਾ ਨਾਂ ਹੀ ਤੇ ਮਾਇਆ ਨਹੀਂ ਹੈ। ਕਦੇ ਗਹਿਰਾਈ ਵਿੱਚ ਜਦੋਂ ਆਪਾਂ ਬਾਣੀ ਦੀ ਵਿਚਾਰ ਕਰਾਂਗੇ ਪਤਾ ਲੱਗਦਾ ਮਾਇਆ ਵਿਆਪਤ ਬਹੁ ਪ੍ਰਕਾਰੀ। ਮਹਾਂਪੁਰਖ ਕਹਿੰਦੇ ਮਾਇਆ ਦੇ ਦੋ ਰੂਪ ਨੇ, ਜੜ ਤੇ ਚੇਤਨ। ਜੜ ਮਾਇਆ ਦੇ ਅੰਦਰ ਜਿਹੜੀਆਂ ਜੜ ਵਸਤਾਂ ਨੇ, ਘਰ ਹੈ, ਜ਼ਮੀਨ ਜਾਇਦਾਦ ਹੈ, ਧਨ ਹੈ, ਸੰਪਤੀ ਹੈ, ਇਹ ਜੜ ਮਾਇਆ ਦੇ ਵਿੱਚ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ ਨੇ। ਚੇਤਨ ਮਾਇਆ ਦੇ ਅੰਦਰ ਸਾਰਾ ਪਰਿਵਾਰ ਤੇ ਰਿਸ਼ਤੇਦਾਰ ਆ ਜਾਂਦੇ ਨੇ। ਜਿੰਨੀ ਵੀ ਜਾਨਦਾਰ ਚੀਜ਼ ਹੈ ਉਹ ਚੇਤਨ ਮਾਇਆ ਦੇ ਵਿੱਚ ਹੀ ਹੈ। ਕਿਵੇਂ ਮਾਇਆ ਤੋਂ ਬਚੋਗੇ? ਮਹਾਂਪੁਰਖ ਕਹਿਣ ਲੱਗੇ ਜੇ ਮਾਇਆ ਦਾ ਤਿਆਗ ਕਰਨਾ ਤੇ ਮਾਇਆ ਨੂੰ ਸੰਗਤ ਦੀ ਸੇਵਾ ਚ ਲਾਓ, ਤੇ ਇਹ ਮਾਇਆ ਦਾ ਤਿਆਗ ਸ਼ੁਭ ਹੈ। ਉਹ ਕਹਿੰਦੇ ਫਿਰ ਮਹਾਂਪੁਰਖਾਂ ਨੇ ਮੈਨੂੰ ਜੋ ਮੇਰੇ ਜੀਵਨ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਉਹ ਪਹਿਲਾਂ ਹੀ ਦੱਸ ਦਿੱਤਾ ਸੀ। ਗੱਲ ਤਿਆਗ ਦੀ ਆ ਵੀ ਜੇ ਸਿੱਖੀ ਦੇ ਸਾਰੇ ਗੁਣ ਕਿਸੇ ਨੂੰ ਪ੍ਰਾਪਤ ਹੋ ਜਾਣਾ ਤੇ ਫਿਰ ਤੇ ਕਲਗੀਧਰ ਪਾਤਸ਼ਾਹ ਦੇ ਅਸੀਂ ਸੁਪੁੱਤਰ ਬਣ ਸਕਦੇ ਹਾਂ। ਸੇਵਾ ਸਿਮਰਨ ਤਿਆਗ ਦੀ ਗੱਲ ਤੇ ਅੱਗੇ ਆ ਜਾਂਦੀ ਹੈ ਕੁਰਬਾਨੀ। ਕੁਰਬਾਨੀ ਇਹ ਸਿੱਖੀ ਦਾ ਇੱਕ ਸ਼੍ਰੋਮਣੀ ਗੁਣ ਹੈ। ਇਹ ਸਿੱਖੀ ਦੀ ਸਿਖਰ ਹੀ ਹੈ ਕਿ ਇਹਨੂੰ ਮੰਨ ਲਓ। ਪਰ ਉੱਥੇ ਤੱਕ ਜਾਣਾ ਬੜਾ ਔਖਾ ਹੈ। ਇਹ ਸੇਵਾ ਤੇ ਸਿਮਰਨ ਤਿਆਗ ਤੱਕ ਆਮ ਤੌਰ ਤੇ ਜਿੰਨੇ ਸਾਡੇ ਹੋਰ ਮਹਾਂਪੁਰਖ ਨੇ, ਸਤਿਕਾਰਯੋਗ ਨੇ, ਕਾਰ ਸੇਵਾ ਵਾਲੇ, ਸਿਮਰਨ ਵਾਲੇ, ਤਿਆਗ ਭਾਵਨਾ ਵਾਲੇ ਵੀ, ਪਰ ਜਿਹੜੀ ਕੁਰਬਾਨੀ ਹੈ ਇਹ ਸਿੱਖੀ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਸਭ ਤੋਂ ਮਹਾਨ ਲਿਖੀ ਹੈ। ਹਜ਼ੂਰ ਨੇ ਪਰਮੇਸ਼ਰ ਕੋਲੋਂ ਹੋਰ ਮੰਗਿਆ ਵੀ ਕੁਝ ਨਹੀਂ ਤੇ ਇਹੀ ਆਖਿਆ ਸੀ, ਜਬ ਆਪ ਕੀ ਔਧ ਨਿਦਾਨ ਬਣੈ ਅਤਿ ਹੀ ਰਣ ਮੈਂ ਤਬ ਜੂਝ ਮਰੂੰ। ਕੁਰਬਾਨੀ ਦੋ ਪ੍ਰਕਾਰ ਦੀ ਹੈ। ਇੱਕ ਸ਼ਾਂਤਮਈ ਢੰਗ ਦੇ ਨਾਲ ਪ੍ਰਾਪਤ ਹੁੰਦੀ ਹੈ, ਦੂਸਰੀ ਵੀਰ ਰਸੀ ਢੰਗ ਦੇ ਨਾਲ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਸਾਡੇ ਪਹਿਲੇ ਗੁਰੂ ਸ਼ਹੀਦ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਹੋਏ। ਉਹਨਾਂ ਨੇ ਸ਼ਾਂਤੀ ਦੀ ਇੰਤਹਾ ਕਰ ਦਿੱਤੀ। ਦੁਨੀਆ ਦਾ ਇਤਿਹਾਸ ਪੜ੍ਹ ਲਵੋ, ਜਿੰਨਾ ਤਸ਼ੱਦਦ, ਜਿੰਨਾ ਜ਼ੁਲਮ ਸਿਤਮ ਗੁਰੂ ਅਰਜਨ ਦੇਵ ਮਹਾਰਾਜ ਤੇ ਹੋਇਆ, ਹੋਰ ਕਿਸੇ ਤੇ ਨਹੀਂ ਹੋਇਆ। ਇਹ ਸ਼ਾਂਤਮਈ ਕੁਰਬਾਨੀ ਸੀ। ਤੁਸੀਂ ਤੱਤੇ ਤਵੇ ਤੇ ਹੱਥ ਲਾ ਕੇ ਦੇਖ ਲਓ, ਕਿਤੇ ਅਚਾਨਕ ਭੁਲੇਖੇ ਨਾਲ ਗਰਮ ਪਾਣੀ ਹੱਥਾਂ ਤੇ ਪੈ ਜਾਵੇ ਤੇ ਬੌੜੀ ਬੌੜੀ ਕਰ ਉੱਠਦੀਆਂ। ਪਰ ਇਹ ਇੱਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਬਈ ਜੇ ਤੁਸੀਂ ਧਰਮ ਦੇ ਲਈ ਕੁਰਬਾਨੀ ਕਰਨਾ ਚਾਹੁੰਦੇ ਹੋ, ਸਿੱਖੀ ਲਈ, ਧਰਮ ਦੇ ਲਈ ਕੁਝ ਕਰਨਾ ਚਾਹੁੰਦੇ ਹੋ, ਤੇ ਫਿਰ ਇਸ ਢੰਗ ਦੇ ਨਾਲ ਸ਼ਾਂਤ ਹੋ ਕੇ ਵੀ ਕੁਰਬਾਨੀ ਕੀਤੀ ਜਾ ਸਕਦੀ ਹੈ। ਇਹ ਜਿਹੜੇ ਦੁਨੀਆ ਦੇ ਸੰਤ ਲੋਕ ਸਨ, ਮਹਾਤਮਾ ਲੋਕ ਸਨ, ਜਿਹੜੇ ਦੁਨੀਆ ਤੋਂ ਕਿਨਾਰਾ ਕਰ ਗਏ ਸਨ, ਉਹਨਾਂ ਲਈ ਇੱਕ ਸੰਦੇਸ਼ ਸੀ। ਤੁਸੀਂ ਇਹ ਮਤ ਸੋਚੋ ਜਦੋਂ ਕਿਸੇ ਤੇ ਜ਼ੁਲਮ ਹੋ ਰਿਹਾ ਹੋਵੇ ਵੀ ਇਹ ਤੇ ਦੂਸਰੇ ਤੇ ਹੋ ਰਿਹਾ ਹੈ, ਸਾਨੂੰ ਕੀ ਲੋੜ ਹੈ ਕੁਝ ਕਰਨ ਦੀ। ਅੱਜ ਗੁਆਂਢੀਆਂ ਦੇ ਘਰ ਅੱਗ ਲੱਗੀ ਆ, ਪਰ ਉਸੀ ਕੇ ਜੋ ਹੋਆ ਤੂੰ ਆਪਣੇ ਪੀ ਜਾ। ਉਹ ਸਾਡੇ ਤੇ ਵੀ ਫਿਰ ਸਮਾਂ ਆ ਸਕਦਾ। ਇਸ ਲਈ ਗੁਰਸਿੱਖ ਨੂੰ ਜੇ ਉਹ ਸ਼ਾਂਤਮਈ ਦੇ ਵਿੱਚ ਰਹਿਣਾ ਚਾਹੁੰਦਾ, ਸ਼ਾਂਤਮਈ ਢੰਗ ਦੇ ਨਾਲ ਕੁਰਬਾਨੀ ਕਰੇ।
क्योंकि सिक्खी का ये गुण है, जाओ तो प्रेम खेलन का चाओ, सिर तार तली गली मेरी आओ, इत मार्ग पैर धरीजै, सिर दीजै कान न कीजै। पहला मरण कबूल, ये सिक्खी की शर्त है। पहला मरण कबूल, जीवन की छड़ आस, हो सबना की रेणका, तो आओ हमारे पास। ये सिक्खी के गुण ने। ਤੇ ਜੇ ਹੁਣ ਸ਼ਾਂਤਮਈ ਢੰਗ ਦੇ ਨਾਲ ਕੋਈ ਸ਼ਹਾਦਤ ਪ੍ਰਾਪਤ ਕਰ ਲਵੇ, ਨੌਵੇਂ ਪਾਤਸ਼ਾਹ ਦੀ ਸ਼ਹਾਦਤ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਇਹ ਸਾਰਿਆਂ ਦੀ ਸ਼ਹਾਦਤ ਸ਼ਾਂਤਮਈ ਢੰਗ ਦੇ ਨਾਲ ਹੀ ਹੋਈ। ਪਰ ਕਲਗੀਧਰ ਪਾਤਸ਼ਾਹ ਨੇ ਆਖਿਆ ਬਈ ਜੇ ਕੋਈ ਦੁਸ਼ਮਣ ਪ੍ਰੇਮ ਦੀ ਭਾਸ਼ਾ ਨੂੰ, ਸ਼ਾਂਤੀ ਦੀ ਭਾਸ਼ਾ ਨੂੰ ਨਹੀਂ ਸਮਝਦਾ, ਫਿਰ ਉਹਦੀ ਬੋਲੀ ਵਿੱਚ ਉਹਨੂੰ ਸਮਝਾਉਣਾ ਵੀ ਜਾਇਜ਼ ਹੈ। ਚੂੰ ਕਰ ਅਜ਼ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਸ਼ਾਂਤੀ ਦੇ ਹੀਲੇ ਵਸੀਲੇ ਮੁੱਕ ਜਾਂਦੇ ਨੇ, ਕੋਈ ਦਲੀਲ ਅਪੀਲ ਕੰਮ ਨਹੀਂ ਕਰਦੀ, ਉਸ ਵੇਲੇ ਸੂਰਮੇ ਨੂੰ ਹਥਿਆਰ ਚੁੱਕਣੇ ਜਾਇਜ਼ ਨੇ। ਇਹ ਸਾਡੇ ਸਤਿਗੁਰੂ ਨੇ ਸਾਨੂੰ ਵੀਰ ਅਸੀਂ ਕੁਰਬਾਨੀ ਕਰਨ ਦੇ ਲਈ ਸੰਦੇਸ਼ ਦਿੱਤਾ। ਇਸ ਲਈ ਜਿਹੜਾ ਸਿੱਖੀ ਦੇ ਸਾਰੇ ਗੁਣ ਧਾਰਨ ਕਰ ਲਵੇ, ਤੇ ਫਿਰ ਉਹਨੂੰ ਕਿਹਾ ਜਾਂਦਾ ਹੈ ਸੁਪੁੱਤਰ। ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੀਨ। ਇਤਿਹਾਸ ਪੜ੍ਹਨਾ ਕਿਉਂ ਜ਼ਰੂਰੀ ਹੈ, ਇੱਥੋਂ ਵਿਚਾਰ ਸ਼ੁਰੂ ਹੋਈ ਸੀ, ਕਿਉਂਕਿ ਤੁਸੀਂ ਇਤਿਹਾਸ ਦੀ ਕਥਾ ਸੁਣਦੇ ਹੋ, ਸਿੰਘ ਸਾਹਿਬ ਸੁਣਾਉਂਦੇ ਨੇ ਵੀ ਇਹ ਕਥਾ ਸੁਣ ਕੇ ਹੀ ਸਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗਦਾ ਹੈ ਵੀ ਪੁਰਾਣੇ ਗੁਰਸਿੱਖਾਂ ਨੇ ਕਿਵੇਂ ਘਾਲਣਾ ਘਾਲੀਆਂ, ਕਿਵੇਂ ਸੇਵਾ ਸਿਮਰਨ ਤਿਆਗ ਤੇ ਕੁਰਬਾਨੀ ਦੀ ਸਿਖਰ ਤੱਕ ਪਹੁੰਚੇ। ਤੇ ਜਦੋਂ ਆਪਾਂ ਸੁਣਦੇ ਹਾਂ ਤੇ ਸਾਡੇ ਮਨ ਦੇ ਵਿੱਚ ਵੀ ਤਿਨਾਂ ਦੇਖ ਮਨ ਚਾਓ ਉਠਾਂਦਾ, ਫਿਰ ਉਹ ਉਤਸ਼ਾਹ ਤੇ ਪੈਦਾ ਹੁੰਦਾ ਹੈ ਨਾ, ਤੇ ਆਪਾਂ ਵੀ ਉਸ ਰਸਤੇ ਚੱਲਦੇ ਹਾਂ। ਤੇ ਸਫਲਤਾ ਤੇ ਗੁਰੂ ਨੇ ਬਖਸ਼ਿਸ਼ ਕਰਨੀ ਹੈ, ਪਰ ਸੁਣ ਸੁਣ ਕੇ ਚਾਹ ਤੇ ਪੈਦਾ ਹੁੰਦਾ ਹੈ ਨਾ, ਇਸ ਲਈ ਸੁਣਨੀ ਜ਼ਰੂਰੀ ਹੈ। ਸੋ ਸਮਾਂ ਕਾਫੀ ਹੋ ਰਿਹਾ ਹੈ, ਤੇ ਹੁਣ ਦਾਸ ਇੱਥੇ ਹੀ ਆਪਣੇ ਵਿਚਾਰਾਂ ਨੂੰ ਸੀਮਿਤ ਕਰਨਾ ਚਾਹੁੰਦਾ ਹੈ। ਦਾਸ ਸਮੂਹ ਸੰਗਤਾਂ ਦਾ, ਇਸ ਗੁਰੂ ਘਰ ਦੇ ਸੇਵਾਦਾਰਾਂ ਦਾ, ਸਾਰਿਆਂ ਦਾ ਹੀ ਰੋਮ ਰੋਮ ਕਰਕੇ ਧੰਨਵਾਦੀ ਹੈ ਵੀ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਵਾਏ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਅਸਥਾਨ ਨੂੰ ਤੇ ਗੁਰੂ ਕੀਆਂ ਸੰਗਤਾਂ ਨੂੰ, ਸਮੂਹ ਸੇਵਾਦਾਰਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਸਾਰੀਆਂ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।